अस्सलाम वालेकुम दोस्तों, मैं थोड़ा मेज़बान मियाँ मोहम्मद अफजल भट्टू। अज मैं अपने दोस्तों वास्ते लिया जनाब मैसी 385 तो यह मॉडल है जनाब 2019 तो अगस्त सितंबर के महीने में आया है। तो 600 तो कितने घंटे चले 662 घंटा चलिया हुआ जनाब। तो इन्हों के जोड़े मालक ने उपर बैठे ने सीट पर जनाब मोहम्मद यार साहब है ने। उन्होंने को ये बारे पूछने भी उन्हें जो का खरीदा है या वो इस तो पहले भी मिलत के ट्रैक्टर चलाते रहे हैं तो उन्होंने ये खूबियाँ की पसंद ने तो खामियाँ की पसंद ने तो ताकि जोड़े भी नवे बेली दोस्त ट्रैक्टर लेना चाहते हैं मिलत का या किसी भी कंपनी का उन्होंने ये अंदाज़ा हो भी इन्हों अगर कोई फॉल्ट आता है नहीं आता या ट्रैक्टर बाहमन कि चंगे ने तेल घट कि पीते है तो इस बारे आप गल करने। नवा ट्रैक्टर है जनाब 662 घंटा चलिया हुआ है। तो कैमरा जी अगे लियो तो मोहम्मद यार साहब ने गल कर रहे हैं। अस्सलाम वालेकुम जी। वालेकुम अस्सलाम। की हाल चाल भाईजान? जी ठीक, शुक्र अल्लाह पाक दा। भाईजान किन्ने कुर से तो आप ट्रैक्टर इस्तेमाल कर रहे हैं? ये काफ़ी अरसे तकरीबन 10-15 साल हो गए ट्रैक्टर इस्तेमाल मैसी कर रहे हैं जी। मैसी ट्रैक्टर इस्तेमाल करते हाँ जी। हुण अगे मेरे को रिया जी 85 रिया 60 भी रिया जी। अच्छा हुण 85 फेर लिया। इहदे खूबी आई एक स्टीयरिंग है पंप जिहड़ा जी ਉਹਦੀ खूबी आई है। दूसरे नंबर ਤੇ ਜਿਹੜੀ ਟੂਬ ਵਾਲੀ ਹੈਗੀ ਨਾ नहीं ये तो ਤੁਸੀਂ ਪਹਿਲੇ ਦੱਸਦੇ ਪਏ ਨਕਸ ਪਹਿਲੇ ਤੁਸੀਂ ਮੈਨੂੰ ਇਹਦੀ ਵੈਸੇ ਖੂਬੀਆਂ ਦੱਸੋ ਵੀ ਇਹ ਜਦੋਂ ਤੁਸੀਂ ਇਹਨੇ ਚਿਰ ਤੋਂ 15 ਸਾਲ ਤੋਂ ਜਾਂ 10 ਸਾਲ ਤੋਂ ਮਿਲਤ ਦੇ ਟਰੈਕਟਰ ਚਲਾਉਂਦੇ ਪਏ ਜੀ ਤੇ ਇਹ ਦੋਨੋਂ ਦੇ ਵਿੱਚ ਕਿਹੜੀ ਕਿਹੜੀ ਗੱਲ ਪਸੰਦ ਹੈਗੀ ਹੈ? ਇਹਦੇ ਚ ਮਾਸ਼ਾਅੱਲਾ ਵੀ ਇੱਕ ਤਾਂ ਖਰਚਾ ਬਹੁਤ ਕਮ ਕਰਦਾ ਹੈ। ਠੀਕ ਹੋ ਗਿਆ। ਨਵੇਂ ਪੰਪ ਆਏ ਨੇ ਉਹ ਖਰਚਾ ਕਮ ਕਰ ਜ਼ਿਆਦਾ ਕਰਦੇ ਸੀ। ਅੱਛਾ ਜਿਹੜੇ ਨਵੇਂ ਪੰਪ ਚਾਬੀ ਵਾਲੇ ਅੱਛਾ ਉਹ ਫਿਰ ਅਸੀਂ ਵੇਚ ਦਿੱਤੇ ਸੀ। ਰੂਟਰੀ ਜਿਹੜਾ ਇਹ ਖਰਚਾ ਘੱਟ ਕਰਦਾ ਆ ਮਾਸ਼ਾਅੱਲਾ ਜਿਹੜਾ ਪੰਪ ਹੈ ਇਹਦਾ ਚੋਕ ਵਾਲਾ ਇਹ ਬਿਲਕੁਲ ਖਰਚਾ ਕਮ ਹੈ ਇਹਦਾ। ਠੀਕ ਤੇ ਮਾਸ਼ਾਅੱਲਾ ਐਵਰੇਜ ਠੀਕ ਹੈ, ਜੋਰ ਠੀਕ ਲਾਉਂਦਾ ਹੈ, ਮੋਸ਼ਨ ਘੱਟ ਤੋੜਦਾ ਹੈ। ਸਹੀ ਹੋ ਗਿਆ। ਇਹਦਾ ਤਾਂ ਮਸਲਾ ਵੀ ਮੈਨੂੰ ਮਾਸ਼ਾਅੱਲਾ ਟਰੈਕਟਰ ਬੜਾ ਪਿਆਰਾ ਹੈ। ਤੇ ਇਹਦੇ ਸਿਰਫ ਉਹ ਪੰਪ ਵਾਲੀ ਜਿਹੜੀ ਖੂਬੀ ਹੈਗੀ ਨਾ ਸਹੀ ਉਹ ਜ਼ਿਆਦਾ ਹੈ ਸਟੀਅਰਿੰਗ ਵਾਲੀ। ਅੱਛਾ ਹੁਣ ਜਿਹੜੀ ਤੁਸੀਂ ਇਹ ਜਦੋਂ ਦਾ ਖਰੀਦਾ ਇਹ 662 ਘੰਟਾ ਚੱਲਿਆ ਹੈ। ਹਾਂਜੀ ਇਹ ਮਾਸ਼ਾਅੱਲਾ ਬਹੁਤ ਵਧੀਆ ਚੱਲ ਰਿਹਾ। ਇਹਦੇ ਜਿਹੜੇ ਫਾਲਟ ਆਏ ਨੇ ਦੁਰਾਨੇ ਮਸਲਨ ਇਹ ਹਾਲੀ ਗਾਰੰਟੀ ਚ ਹੈ ਤੇ ਇਹਦੇ ਪਹਿਲਾ ਫਾਲਟ ਜੇ ਥੱਲੇ ਲੈ ਕੇ ਦੱਸੋ ਵੀ ਕਿਹੜਾ ਆਇਆ? ਕੋਈ ਫਾਲਟ ਨਹੀਂ ਇਹਦਾ ਹਾਲੇ ਤੇ ਇਹ ਆਇਆ ਜੀ। ਸਿਰਫ ਇਹ ਆ ਸੀਲ ਵਾਲਾ ਹੈਗਾ ਜੀ। ਇੱਕ ਮਿੰਟ ਜਿਹੜੇ ਆਏ ਨਾ ਤੁਸੀਂ ਚੈੱਕ ਕਰਾਓ। ਆ ਦੂਸਰਾ ਹੈਗਾ ਜੀ ਪੰਪ। ਅੱਛਾ ਪੰਪ ਸਟੀਅਰਿੰਗ ਪਾਵਰ ਪੰਪ ਤੇ ਇਹਦਾ ਇਹ ਪੰਪ ਫਸਦਾ ਜੀ। ਇਹ ਪੰਪ ਫਸ ਜਾਂਦਾ ਹੈ ਉਹ ਸਟੀਅਰਿੰਗ ਦੇ ਜਿਹੜਾ ਨਾ ਗੇੜਾ ਦੇਨੇ ਚੱਕਰ ਆ ਜਾਂਦਾ ਫਿਰ ਇਹ ਚੱਲਦਾ ਹੈ। ਮੋੜੇ ਟਕ ਟਕ ਦੀ ਆਵਾਜ਼ ਕਰਦਾ ਹੈ। ਅੱਛਾ ਇਹ ਇੱਕ ਫਾਲਟ ਹੀ ਆਇਆ। ਹਾਂਜੀ ਇਹ ਫਾਲਟ ਹੈ ਤੇ ਇੱਕ ਦੂਸਰਾ ਫਾਲਟ ਦੂਸਰਾ ਟੂਬ ਵਾਲਾ ਫਾਲਟ ਹੈਗਾ ਜੀ। ਟੂਬ ਵਾਲਾ ਫਾਲਟ ਹੈ ਦੋਸਤੋ। ਦੋ ਤਿੰਨ ਟਰੈਕਟਰ ਆਏ ਨੇ ਉਹ ਜਿਹੜੇ ਵੀ ਆਦੇ ਨੇ ਉਹਨਾਂ ਟੂਪਾਂ ਦੇ ਪੈਂਦਾ ਪਿਆ ਫਾਲਟ। ਦੋਸਤੋ ਇਹ ਚੈੱਕ ਕਰ ਸਕਦੇ ਜੀ ਜਨਾਬ ਟੂਪਾਂ ਟੁੱਟ ਜਾਂਦੀਆਂ ਨੇ। ਟੂਪਾਂ ਨਾਲ ਪਿਆ ਦਾ ਜਿਹੜਾ ਹੈਗਾ ਨਾ ਜੀ ਜਾਂ ਲੀਕਾ ਕੀਤੀ ਰੱਖਦੀਆਂ ਨੇ। ਅੱਛਾ ਟੂਬ ਪਾੜ ਗਈ। ਇੱਕ ਮਿੰਟ ਬੈਠੇ ਇੱਕ ਗੱਲ ਤੁਸੀਂ ਇੱਥੇ ਕੈਮਰੇ ਦੇ ਵਿੱਚ ਅੱਗੇ ਆ ਕੇ ਦੱਸੋ। ਅੱਛਾ ਜਿਹੜੇ ट्रैक्टर गया किन्ने नाल एक दोस्त मेरे फूफे दा बेटा उन्हें ट्रैक्टर लिया जी 85 किरियासा लियांदे ने। अच्छा ओंदे जी टूप जेड़ा ना टूट गए से। अच्छा वो ਤੁਹਾਡੇ ਕੋਲ ट्रैक्टर वाली मौजूद है? मौजूद है, कबूले चलदा पे जी। कबूले चलदा पे। हां जी ओदी ट्यूब टूट गई सी। हां जी ओ नवी फिर थी तब्दील कराई सी। ਇਹ ਨਾ ਵਾਰੰਟੀ क्लेम विच ਕੰਪਨੀ ਕਰ ਦਿੱਤੀ ਸੀ। कर देती सी। ਤੇ ਇਹ ਜਿਹੜੀ ਲੀਕ ਇਹਨੂੰ ਹੋ ਰਹੀ ਹੈ ਤੇ ਉਹ ਪੰਪ ਦੀ ਇਹ ਤੁਸੀਂ ਕੰਪਨੀ ਵਾਲਿਆਂ ਨਾਲ ਰਾਬਤਾ ਕੀਤਾ ਹੈ ਤਾਂ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਵੀ ਇਹ ਅਬ ਫਿਲਹਾਲ ਤੇ ਜਾਸੀ ਰੋਕ ਆਪਣੇ ਆਪ ਹੀ ਆਪਣੇ ਆਪ ਨੂੰ ਜੇ ਅਗਰ ਨਾ ਰੋਕੀ ਤਾਂ ਫਿਰ ਅਸੀਂ ਇਹ ਦੋਨੋਂ ਜਿਹੜਾ ਨਾ ਸੀਲ ਦੁਬਾਰੇ ਪਾ ਦੇਸਾ। ਮਿਸਤਰੀ ਵੀ ਸਾਨੂੰ ਇਹ ਗੱਲ ਕਰਦੇ ਨੇ ਬਲਕੋ ਜੇ ਹਾਲੇ ਤੇ ਤਾਂ ਇਹ ਖੋਂਦੀ ਹੀ ਨਹੀਂ ਪਈ, ਰੁਕਦੀ ਨਹੀਂ ਪਈ। ਨਹੀਂ ਰੁਕਦੀ ਪਈ। ਇਹ ਤੁਸੀਂ ਕੰਪਨੀ ਵਾਲਿਆਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਨੇ ਬਈ ਇਸ ਤਰ੍ਹਾਂ ਦੇ ਫਾਲਟ ਆਵਣ ਜਾਂ ਨਾ ਆਵਣ? ਅਸੀਂ ਇਹ ਗੱਲ ਚਾਹਨੇ ਵੀ ਜੋ ਬੰਦਾ ਵਾਹ ਦਾ ਪਿਆ ਹੁਣ ਦਿਹਾੜੀ ਦੇ ਇੱਕ ਮਿਸਾਲ ਦੇ ਵੀ ਅੱਧਾ ਲੀਟਰ ਇਹ ਤੇਲ ਦਾ ਜ਼ਾਇਆ ਜਾਂਦਾ ਹੈ। ਸਹੀ ਹਮੋ ਜਿਹੜੇ ਡਰਾਈਵਰ ਹੁੰਦੇ ਨੇ ਉਹ ਇਹ ਵੀ ਨਹੀਂ ਰੱਖਦੇ ਨਾ 24 ਘੰਟੇ ਖਿਆਲ ਉਹਨਾਂ ਆਖਣਾ ਵੀ ਅਸੀਂ ਤੈਨੂੰ ਚਲਾਈ ਰੱਖਣੇ। ਮਾਲਕ ਤਾਂ ਕੋਈ ਗਾਟੀ ਚਲਾਉਂਦਾ ਹੈ, ਡਰਾਈਵਰਾਂ ਨੂੰ ਕੀ ਹੈ ਵੀ ਤੂੰ ਨਹੀਂ ਫਿਰੋ ਖਾਂ। ਅਗਰ ਇਹ ਅੱਧਾ ਲੀਟਰ ਦਿਹਾੜੀ ਦੇ ਆਵੇ 10 ਦਿਨਾਂ ਬਾਅਦ ਇਹ ਤੇਲ ਉਂਝ ਪੈ ਜਾ ਸਿੱਧਾ ਘਟ ਜਾਵੇ ਦਾ ਪਿਛਲੇ ਹਿੱਸੇ ਦਾ ਫਿਰ ਆੜਦੇ ਉਹਦੇ ਆ ਤੇ ਪੰਪ ਦਾ ਤੇ ਗਰਾਰੀਆਂ ਦਾ ਉਹ ਨੁਕਸਾਨ ਹੀ ਹੋਣਾ ਜ਼ਿਆਦਾ ਨੁਕਸਾਨ। ਹਾਂਜੀ ਤੇ ਠੀਕ ਹੋ ਗਿਆ। ਤੇ ਦੋਸਤੋ ਜਿਸ ਤਰੀਕੇ ਮੁਹੰਮਦ ਯਾਰ ਸਾਹਿਬ ਕਹਿ ਰਹੇ ਨੇ ਅਗਰ ਆਇਲ ਜਿਹੜਾ ਜ਼ਿਆਦਾ ਲੀਕੇਜ ਹੋਵੇਗਾ ਤੇ ਡਰਾਈਵਰ ਖਿਆਲ ਨਹੀਂ ਰੱਖਣਗੇ ਤੇ ਫਿਰ ਪਿਛਲੇ ਹਿੱਸੇ ਦਾ ਵੀ ਨੁਕਸਾਨ ਹੈ, ਪੰਪ ਦਾ ਵੀ, ਫਿਰ ਟਰੈਕਟਰ ਦੀ ਵੀ ਬਦਨਾਮੀ ਹੈ। ਤੇ ਆ ਜਿਹੜਾ ਸਟੀਅਰਿੰਗ ਵਾਲਾ ਦੱਸਦੇ ਪਏ ਨੇ ਇਹ ਲੀਕੇਜ ਵੀ ਹੈ ਤੇ ਇਹ ਫਸਦਾ ਹੈ, ਇਹ ਪਾਵਰ ਸਟੀਅਰਿੰਗ ਫਸਦਾ ਹੈ ਤੇ ਕਿਸੇ ਵੇਲੇ ਫ੍ਰੀ ਵੀ ਹੋ ਜਾਂਦਾ ਹੈ। ਫ੍ਰੀ ਵੀ ਹੋ ਜਾਂਦਾ ਕਿਸੇ ਟਾਈਮ, ਕਿਸੇ ਵੇਲੇ ਫ੍ਰੀ ਵੀ ਹੋ ਜਾਂਦਾ ਹੈ। ਅੱਛਾ ਤੇ
ਤੇ ਭਾਈ ਮੁਹੰਮਦ ਯਾਰ ਇਹ ਜਿਹੜਾ ਟਰੈਕਟਰ ਹੈ ਤੁਸੀਂ ਕਿੱਥੋਂ ਖਰੀਦਾ ਹੈ ਤੇ ਕਿਸ ਜ਼ਰੀਏ ਨਾਲ ਖਰੀਦਾ ਹੈ? ਕੈਸ਼ ਤੇ ਖਰੀਦਾ ਜਾਂ ਬੈਂਕ ਤੋਂ ਜ਼ਰੀਏ? ਨਹੀਂ ਜੀ ਅਸੀਂ ਬੈਂਕ ਤੋਂ ਖਰੀਦਿਆ ਜੀ। ਅਸੀਂ ਜਿਹੜਾ ਨਾ ਕਮਜ਼ੋਰ ਹੋ ਗਏ ਸੀ, ਆਲੂਆਂ ਦੇ ਖਰਚੇ ਤੋਂ ਤੰਗ ਹੈਗੇ ਸੀ, ਤੇ ਫਿਰ ਅਸੀਂ ਉਹ ਟਰੈਕਟਰ ਵੇਚ ਲਿਆ ਸੀ 260। ਠੀਕ ਫਿਰ ਅਸੀਂ 85 ਲਿਆ ਸੀ ਬੈਂਕ ਤੋਂ, ਬਸ 5 ਲੱਖ ਦੇ ਤੇ ਲਿਆ ਸੀ ਵੀ ਇਹ ਸਹੂਲਤ ਭਾਲਨੇ। ਤੇ ਅੱਗੋਂ ਆੜ ਤੇ ਜਿਹੜਾ ਨਾ ਇਹ ਟਰੈਕਟਰ ਜਿਹੜੇ 85 ਦੇ ਬਿਲਕੁਲ ਠੀਕ ਹੈ, ਇਹਨਾਂ ਦੇ ਬਿਲਕੁਲ ਜਿਹੜੇ 2-3 ਤਫੈਲਟ ਆ ਰਹੇ ਨੇ ਨਾ, ਇਹਦੇ ਵਿੱਚੋਂ ਪਰੇਸ਼ਾਨ ਆਵਾਮ ਬੜੀ ਹੈਗੀ ਜੀ। ਆਮੋ ਤੋਂ ਡਰਾਈਵਰ ਜਿਹੜਾ ਆਉਂਦਾ ਹੈ ਨਾ ਜੀ, ਉਹਨੇ ਤਾਂ ਸਿਰਫ ਇਹ ਆਣਾ ਵੀ ਉਹਨੇ ਆਦੀ ਟੇਪ ਤੇ ਖਿਆਲ ਰੱਖਣਾ ਹੈ ਤੇ ਉਹਨੇ ਵਾਹੀ ਜਾਣਾ ਹੈ। ਉਹਨੂੰ ਇਹ ਨਹੀਂ ਪਤਾ ਵੀ ਟਰੈਕਟਰ ਮੇਰਾ ਕਰਦਾ ਕੀ ਪਿਆ ਹੈ। ਤੇ ਦੂਸਰੇ ਨੰਬਰ ਤੇ ਇਹ ਗੱਲ ਹੈ ਵੀ ਟਰੈਕਟਰ ਟੈਂਕੀ ਵੱਲੋਂ ਇਹ ਲੀਟਰ 1.5 ਲੀਟਰ ਦੇ ਤੇਲ ਚੱਕਦੇ ਪਏ ਨੇ। ਅੱਛਾ ਮੋਬਾਈਲ ਚੁੱਕਦਾ ਮੋਬਾਈਲ ਚੱਕ ਰਿਹਾ ਹੈ। ਸਹੀ। ਤੇ ਅਗਰ ਤੁਸੀਂ ਇਹ ਗੱਲ ਕੀਤੀ, ਬੜੀ ਵੱਡੀ ਗੱਲ ਕਰ ਰਹੇ ਜੀ। ਅਗਰ ਕੋਈ ਕੰਪਨੀ ਦਾ ਬੰਦਾ ਆ ਜਾਵੇ, ਉਹ ਕਹੇ ਜੀ ਮੈਂ ਟਰੈਕਟਰ ਚਲਾਣਾ ਉੱਤੇ ਬੈਠ ਕੇ ਦਿਹਾੜੀ ਚਲਾਣਾ, ਤੇ ਅਗਰ ਲੀਟਰ ਨਾ ਚੁੱਕੇ ਤਾਂ ਫਿਰ ਕੌਣ ਜ਼ਿੰਮੇਵਾਰ ਹੈ? ਉਹ ਮੈਂ ਜ਼ਿੰਮੇਦਾਰ ਹਾਂ। ਅੱਛਾ ਤੁਸੀਂ ਜ਼ਿੰਮੇਵਾਰ? ਹਾਂਜੀ ਬੇਸ਼ੱਕ ਮੈਂ ਜ਼ਿੰਮੇਦਾਰ ਹਾਂ ਦਾ। ਦੋਸਤੋ ਮੁਹੰਮਦ ਯਾਰ ਭਾਈ ਦਾ ਆਖਣਾ ਹੈ, ਅਗਰ ਕੋਈ ਬੰਦਾ ਜਾਂ ਕੋਈ ਵੀ ਕੰਪਨੀ ਦਾ ਬੰਦਾ ਜਾਂ ਕੋਈ ਡੀਲਰ ਅਗਰ ਕਵੇ ਵੀ ਇਹ ਗਲਤ ਬਿਆਨੀ ਕਰ ਰਿਹਾ, ਸਾਡੇ ਟਰੈਕਟਰ ਨੂੰ ਬਦਨਾਮ ਕਰ ਰਿਹਾ ਹੈ, ਤੇ ਉਹ ਜਨਾਬ ਤਸ਼ਰੀਫ ਲਿਆਵੇ। ਇਹ ਵਾਰੰਟੀ ਦੇ ਟਰੈਕਟਰ ਹੈ, ਇਸ ਨੂੰ ਸਾਰਾ ਦਿਨ ਚਲਾਵੇ। ਸਾਰਾ ਦਿਨ ਚਲਾਵੇ? ਹਾਂਜੀ ਸਾਰੇ ਦਿਨ ਚਲਾਵੇ। 12 ਘੰਟੇ ਚਲਾਵੇ ਤੇ 12 ਘੰਟੇ ਦੇ ਵਿੱਚ 1 ਲੀਟਰ? ਨਹੀਂ ਜੀ, ਹਾਂਜੀ ਬਿਲਕੁਲ ਚੱਕਦਾ ਹੈ। 100 ਲੀਟਰ ਤੇਲ ਚ ਪੀਵੇ ਨਾ, ਇੱਧਰ ਕੀ ਆ ਕੇ ਉਹ 100 ਲੀਟਰ ਦੇ ਨਹੀਂ, ਬਸ ਤੇ 100 ਲੀਟਰ ਚ 100 ਲੀਟਰ 12 ਘੰਟੇ ਚੱਲਦਾ ਚੱਲਦਾ ਹੈ। 1.5 ਲੀਟਰ 24 ਚੱਲ ਘੰਟੇ। ਜਾਂਦਾ ਹੈ। 24 ਘੰਟੇ 24 ਘੰਟੇ 100 ਲੀਟਰ ਵਿੱਚ ਨਾ ਇਹ 1.5 ਲੀਟਰ ਜਾਂ ਲੀਟਰ ਚ ਸਕੂਨ ਨਾਲ ਚੱਲ ਸਕੂਟਰ ਚੱਕ ਲੈਂਦਾ। ਅੱਜ ਤੋਂ ਮੁਹੰਮਦ ਯਾਰ ਦਾ ਕਹਿਣਾ ਹੈ ਵੀ 24 ਘੰਟੇ ਜਾਂ 12 ਘੰਟੇ ਅਗਰ ਟਰੈਕਟਰ ਚੱਲਦਾ ਹੈ ਨਾ, 24 ਘੰਟੇ ਚੱਲਦਾ ਹੈ ਤੇ 1.5 ਲੀਟਰ ਮੋਬਾਈਲ ਇੰਜਨ ਦੇ ਵਿੱਚੋਂ ਘੱਟ ਹੋ ਜਾਂਦਾ ਹੈ। ਅਗਰ ਕੋਈ ਬੰਦਾ ਕਹਿੰਦਾ ਵੀ ਇਹ ਗਲਤ ਬਿਆਨੀ ਕਰਦੇ ਪਏ ਨੇ, ਤੇ ਜਨਾਬ ਮੇਰਾ ਨੰਬਰ ਉੱਪਰ ਹੋਵੇਗਾ ਸਕਰੀਨ ਦੇ, ਉਹ ਮੇਰੇ ਕੋਲ ਤਸ਼ਰੀਫ ਲਿਆਉਣ, ਤਾਂ ਮੈਂ ਜਨਾਬ ਵਾਰੰਟੀ ਵਾਲੇ ਟਰੈਕਟਰ ਦੇ ਉੱਤੇ ਉਹਨਾਂ ਨੂੰ ਬਿਠਾਵਾਂਗਾ ਤੇ ਉਹਨਾਂ ਨੂੰ ਚੈੱਕ ਕਰਵਾਵਾਂਗਾ ਵੀ ਇਹ ਜਨਾਬ 1.5 ਲੀਟਰ ਜਾਂ ਲੀਟਰ ਤੋਂ 1.5 ਲੀਟਰ ਕਹਿੰਦੇ ਪਏ ਨੇ। ਹੋ ਸਕਦਾ ਬਲਕਿ ਛੋਟੇ ਨੇ ਤਾਂ ਕਿਹਾ 1.5 ਲੀਟਰ, ਲੇਕਿਨ ਮੈਂ ਅੱਧੇ ਲੀਟਰ ਦੀ ਗੁੰਜਾਇਸ਼ ਦੇਣਾ। ਹੋ ਸਕਦਾ ਲੀਟਰ ਜਾਂ 1.5 ਹੋਵੇ। ਨਹੀਂ ਲੀਟਰ ਦਾ ਮਤਲਬ ਵੀ ਉਹ ਡਰਾਈਵਰਾਂ ਦਾ ਫਰਕ ਹੈ ਵਾਹਣ ਦਾ। ਮੈਂ ਜ਼ਮੀਨ ਵਾਹਣਾ 18 ਤੋਂ 17 ਤੋਂ ਥੱਲੇ ਠੀਕ ਹੋ ਗਿਆ। ਜਿਹੜੇ ਛੋਟੇ ਹੈਗੇ ਨੇ ਇਹਨਾਂ ਨੂੰ ਇਹ ਵਾਹਦੇ ਨੇ ਓਵਰ ਸੇ ਥੋੜਾ ਜਿਹਾ, ਮਤਲਬ 18 ਤੇ ਵਾਹਣਾ ਫਿਰ ਚੱਕਲ ਜਾਂਦਾ, ਗੋਵਲ ਤੇ ਹੋਵੇ ਜਾਂ ਰੋਟਾਵਾਟਰ ਤੇ ਹੋਵੇ 1.5 ਲੀਟਰ ਚੁੱਕ 1.5 ਲੀਟਰ ਪੱਕਾ ਖਾ ਜਾਂਦਾ। ਪੱਕਾ ਖਾ ਜਾਂਦਾ। ਮੈਂ ਜਿਹੜੇ ਵਾਹਨ ਆ ਮੈਂ 17 18 ਤੋਂ ਕਦੇ ਮੈਂ ਟਰੈਕਟਰ ਕ੍ਰਾਸ ਨਹੀਂ ਹੋਣ ਦਿੱਤਾ। ਇਹ ਬਿਲਕੁਲ ਇਹ ਚ ਆ ਜਾਂਦਾ ਲੀਟਰ ਤੇਲ ਦਾ। ਦੋਸਤੋ ਹੁਣ ਤੁਸੀਂ ਵੇਖ ਸਕਦੇ ਜੇ ਟਰੈਕਟਰ ਵੀ ਵਾਰੰਟੀ 'ਚ ਹੋਵੇ ਤੇ 662 ਘੰਟਾ ਚੱਲਾ ਹੋਵੇ ਤੇ 1.5 ਲੀਟਰ ਮੋਬਾਈਲ ਖਾਵੇ ਰੋਜ਼ਾਨਾ, ਤੇ ਮੇਰਾ ਖਿਆਲ ਹੈ ਵੀ ਇਹ ਜ਼ਮੀਂਦਾਰਾਂ ਨਾਲ ਜ਼ਿਆਦਤੀ ਹੈ। ਤੇ ਇਸ ਤੋਂ ਬਾਅਦ ਇਹ ਮੁਹੰਮਦ ਯਾਰ ਭਾਈਜਾਨ ਕਹਿੰਦੇ ਪਏ ਇਹਦੇ ਜਿਹੜੇ ਨਾ ਕਪੈਸਿਟੀ ਹੈ ਜਿਹੜੀ ਆ ਮੋਬਾਈਲ ਦੀ, ਇਹਦੇ ਬਾਰੇ ਦੱਸੋ ਵੀ ਇਹ ਕਿੰਨੇ ਲੀਟਰ ਇਹ ਦੀ? ਮੁਗਲੈਲ ਜੀ ਕਮ ਸੇ ਕਮ ਇਹਦੇ ਚ ਇਹ 8 ਲੀਟਰ ਹੈ ਨਾ ਜੀ, ਇਹ 8 ਤੋਂ 10 12 ਲੀਟਰ ਇਹ ਤੇਲ ਇਹਦੇ ਹੋਣਾ ਚਾਹੀਦਾ। ਫਿਰ ਮਜ਼ੀਦ ਇਹ ਜਿਹੜਾ ਨਾ ਇਹ ਟਰੈਕਟਰ ਠੰਡਾ ਰਹੇਗਾ। ਤੇ ਦੂਸਰੇ ਨੰਬਰ ਜਿਹੜੀ ਅੱਗੇ ਆਇਲ ਟੈਂਕੀ ਹੈਗੀ ਜੀ, ਡੀਜ਼ਲ ਟੈਂਕੀ, ਉਹ ਟੈਂਕੀ ਉਹ ਤੋਂ ਚੱਕੀ ਜਾਵੇ ਵੀ ਟਰੈਕਟਰ ਨੂੰ ਹਵਾ ਖੁੱਲੀ ਮਿਲੇ, ਰੇਡੀ ਨੂੰ ਟਰੈਕਟਰ ਵੀ ਠੰਡਾ ਹੋਵੇ ਤੇ ਉਹਦੇ ਜ਼ੋਰ ਜ਼ਿਆਦਾ ਜਿਹੜਾ ਹੈ ਨਾ ਜੀ ਤਾਕਤ ਫੜੇ। ਸਹੀ ਹੈ। ਦੋਸਤੋ ਮੁਹੰਮਦ ਯਾਰ ਨੇ 2-3 ਚੀਜ਼ਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇੱਕ ਤਾਂ ਚਲੋ ਜੀ ਆਇਲ ਚੁੱਕਦਾ ਪਿਆ ਹੈ, ਤੇ ਅਗਰ ਕੋਈ ਵੀ ਦੋਸਤ ਮੇਰੀ ਵੀਡੀਓ ਸੁਣ ਰਿਹਾ ਹੋਵੇ ਤਾਂ ਅਗਰ ਟਰੈਕਟਰ ਨੂੰ ਆ ਕੇ ਚੈੱਕ ਕਰਨਾ ਚਾਹੁੰਦਾ ਹੋਵੇ, ਕੰਪਨੀ ਦਾ ਬੰਦਾ ਹੋਵੇ, ਡੀਲਰ ਹੋਵੇ, ਤਾਂ ਆ ਕੇ ਟਰੈਕਟਰ ਵੇਖ ਸਕਦਾ ਇਨ ਚਲਾ ਤੇ ਉਹ ਜਿਹੜਾ ਜਿਹਾ ਫਾਲਟ ਮੋਬਾਈਲ ਚੁੱਕਣ ਵਾਲਾ ਹੈ ਉਹ ਆ ਕੇ ਆਪਣੇ ਅੱਖਾਂ ਵੇਖ ਸਕਦਾ ਹੈ। ਤੇ ਦੂਸਰੇ ਨੰਬਰ ਤੇ ਜੋ ਮੁਹੰਮਦ ਯਾਰ ਕਿਹਾ ਵੀ ਆਮ ਛੋਟੇ ਟਰੈਕਟਰ ਵਿੱਚ ਵੀ 8 ਲੀਟਰ ਪੈਂਦਾ, 240 ਚ ਕਿੰਨਾ ਪੈਂਦਾ? 208 ਪੈਂਦਾ ਜੀ। 240 ਦੇ ਵਿੱਚ ਵੀ 8 ਲੀਟਰ ਪੈਂਦਾ ਹੈ, 260 ਵਿੱਚ ਵੀ 8 ਲੀਟਰ ਪੈਂਦਾ, 360 ਵਿੱਚ ਵੀ ਪੈਂਦਾ, 375 ਵਿੱਚ ਵੀ 8 ਲੀਟਰ ਪੈਂਦਾ, 385 ਚ ਵੀ 8 ਲੀਟਰ ਪੈਂਦਾ। ਇਹ ਮੇਰਾ ਖਿਆਲ ਹੈ ਵੀ ਟਰੈਕਟਰ ਨਾਲ ਵੀ ਜ਼ੁਲਮ ਤੇ ਜ਼ਿਆਦਤੀ ਹੈ। ਇਹਨਾਂ ਨੂੰ 12 ਲੀਟਰ ਜਾਂ 16 ਲੀਟਰ ਮੋਬਾਈਲ ਕਰਨਾ ਚਾਹੀਦਾ, ਰੂਸੀ ਦੇ ਬਰਾਬਰ ਹੋਣਾ ਚਾਹੀਦਾ। ਰੂਸੀ ਦੇ ਬਰਾਬਰ ਹੋਣਾ ਚਾਹੀਦਾ। ਤੇ ਇੱਕ ਗੱਲ ਤੁਸੀਂ ਕਰ ਰਹੇ ਸੀ ਜਿਹੜਾ ਪਿੱਛੇ ਲੀਕ ਕਰਦਾ ਪਿਆ, ਇਹ ਕਿੰਨਾ ਕੋਈ ਤੋਂ ਡੀਜ਼ਲ ਸੌਰੀ ਮੋਬਾਈਲ ਨਿਕਲ ਜਾਂਦਾ ਹੈ? ਮੋਬਾਈਲ ਇਹ ਜੀ ਕੰਮ ਨਾ ਦਿਹਾੜੀ ਟਰੈਕਟਰ ਚੱਲੇ ਨਾ ਜੀ, ਅੱਧਾ ਲੀਟਰ ਪੱਕਾ ਖਾ ਜਾਂਦਾ ਹੈ ਜੀ। ਇਹ ਨਿਕਲ ਜਾਂਦਾ ਹੈ ਜੀ। ਤੇ ਮਸਲਾ ਹੈ ਵੀ ਮੈਂ ਆਪ ਜੀ ਇਹ ਟਰੈਕਟਰ ਚੈੱਕ ਕਰਨਾ, ਫਿਰ ਸ਼ਾਮ ਨੂੰ ਜਿੱਲੇ ਠਲਦੇ ਨੇ ਫਿਰ ਅਸੀਂ ਆਪ ਚੈੱਕ ਕਰਦੇ ਉਹ ਟਰੈਕਟਰ ਅਸੀਂ ਜਿਹੜਾ ਨਾ ਇਹਨੂੰ ਮੈਂ ਪੂਰਾ ਤੇਲ ਕਰਤੇ, ਫਿਰ ਮੈਂ ਮਿਸਤਰੀਆਂ ਕੋ ਜਾਣਨਾ ਜੀ, ਮੇਰਾ ਡੀਲਰ ਹੈਗਾ ਜੀ ਹਾਜੀ ਮਨਜ਼ੂਰ, ਠੀਕ ਹੋਗਾ ਵੇਲੀ ਲੱਖਾ ਵਾਲਾ, ਉਹ ਮੈਨੂੰ ਇਹ ਗੱਲ ਕਰਦਾ ਵੀ ਇਹ ਚਲਦੇ ਰੁਕ ਜਾ ਸੀ ਦੀ, ਬਿਲਕੁਲ ਹਾਲੇ 600 ਘੰਟਾ ਚੱਲ ਗਿਆ, 650 ਘੰਟਾ ਇਹਦੀ ਨਹੀਂ ਰੁਕੀ ਹਾਲੇ ਜੀ। ਹਾਲੇ ਨਹੀਂ। ਤੇ ਇਹ ਮਸਲਾ ਅਗਰ ਤੁਸੀਂ ਖੁਦ ਨਾ ਚਲਾਓ ਤਾਂ ਅਗਰ ਕੋਈ ਡਰਾਈਵਰ ਚਲਾਵੇ ਤਾਂ ਫਿਰ ਇਹਦਾ ਕੀ ਫਾਇਦਾ ਨੁਕਸਾਨ ਹੋਵੇਗਾ? ਉਹਦਾ ਨੁਕਸਾਨ ਹੀ ਹੈ, ਬਿਹਾਰ ਵਾਲਾ ਉਹਨੇ ਤਬਾਹੀ ਕਰ ਦੇਣੀ ਹੈ। 4 ਦਿਨ ਮੈਂ ਨਹੀਂ ਆਣਾ, 5 ਦਿਨ ਨਹੀਂ ਆਣਾ, ਡਰਾਈਵਰ ਨੇ ਉਹਨੇ ਚਲਾਵਣਾ ਤੇ ਉਹ ਭਾਈ ਜੀ ਖਿਆਲ ਨਾ ਕਰੇ, ਮਤਲਬ ਦਿਹਾੜੀ ਦਾ ਅੱਧਾ ਲੀਟਰ ਖਾਵੇ ਤੇ 4 ਦਿਨਾਂ ਬਾਅਦ ਇਹ 2-3 ਲੀਟਰ ਕੰਮ ਆ ਜਾਣਾ।
ਮੋੜਨ ਦਾ ਢਾਲਕ ਦੇ ਵਿੱਚ ਵੀ ਆਉਣਾ ਨੁਕਸਾਨ ਹੋਣਾ, ਫਿਰ ਆੜ ਦੇ ਅੰਦਰ ਗਰਾਰੀਆਂ 'ਚ ਵੀ ਨੁਕਸਾਨ ਆਉਣਾ ਵੀ ਸਾਰਾ ਤੇਲ ਤੇ ਤੇਲ ਦਾ ਸਿਸਟਮ ਹੁੰਦਾ ਹੈ। ਦੋਸਤੋ ਦੂਜੇ ਗੇਅਰ ਦੇ ਵੀ ਕਰ ਲੈ। ਇਹ ਜਿਹੜਾ ਮੋਬਾਈਲ ਖਾਵਣ ਦੀ ਚੱਕਰ ਗੱਲ ਕਰ ਰਹੇ ਨੇ, ਇਹ ਇਹਦਾ ਖਾਵਣ ਦਾ ਮਤਲਬ ਇਹ ਕੋਈ ਟਰੈਕਟਰ ਪੀਂਦਾ ਨਹੀਂ ਹੈਗਾ, ਇਹ ਥੱਲੇ ਲੀਕੇਜ ਕਰਦਾ ਹੈ, ਲੀਕੇਜ ਕਰਦਾ ਲੀਕੇਜ ਕਰਦਾ ਹੈ। ਤੇ ਇਹ ਛੋਟਾ ਬਾਈ ਕਹਿ ਰਿਹਾ ਵੀ ਇਹਦੇ ਗੇਅਰ ਦਾ ਮਤਲਬ ਇਧਰ ਆ, ਇੱਥੇ ਆ ਗੇਅਰ ਦੇ ਬਾਰੇ ਉਹ ਗੱਲ ਕਰੋ। ਗੇਅਰ ਪੀਟੀਓ ਸ਼ਾਫਟ ਜੀ ਜਿਹੜਾ ਗੇਅਰ ਹੈਗਾ ਨਾ ਉਹ ਖਿਲਾ ਕੋ ਐਡਜਸਟਮੈਂਟ ਕਰਨੀ ਪੈਂਦੀ ਹੁੰਦੀ। ਅੱਛਾ ਹਾਂਜੀ ਉਹਦਾ ਐਡਾ ਜਿਹੜਾ ਹੈਗਾ ਉਹਨਾਂ ਨੇ ਫਿਲਹਾਲ ਤੇ ਉਹ ਕਰਨ ਨਾ ਜਿਵੇਂ 240 ਦਾ ਕਰਦੇ ਨੇ ਜੀ, ਉਹ ਤੱਕ ਬਿਹਤਰੀਨ ਚੱਲਦਾ ਰਹਿੰਦਾ ਹੈ। ਇਹਦਾ ਇਹ ਹੁੰਦਾ ਵੀ ਇਹ ਉਸ ਤਰੀਕੇ ਜਿਹੜਾ ਨਾ ਇਹਦਾ ਪਥਰੀਆਂ ਆਉਂਦੀਆਂ ਨੇ, ਇਹਦੇ ਨਾਲ ਉਹ ਜਿਵੇਂ 240 ਦਾ ਇਹ ਗੇਅਰ ਲਗਾਇਆ ਨਾ ਉਸ ਤਰੀਕੇ ਲੱਗਾ ਹੋਵੇ, ਫਿਰ ਉਹਦੇ ਚ ਮਜ਼ੀਦ ਇਹ ਹੈ ਵੀ ਮਜ਼ਬੂਤੀ ਹੁੰਦੀ, ਕਲਚ ਦਬਾਵਣ ਦੇ ਵਿੱਚ ਉਹ ਥੋੜਾ ਜਿਹਾ ਗਰ ਜਿਹੜੀ ਕਰਦੀ ਨੇ ਆਵਾਜ਼ ਆਦੀ, ਉਹਦੇ ਨੁਕਸਾਨ ਆਉਂਦਾ ਗੇਅਰਾਂ ਤੇ ਗਰਾਰੀਆਂ ਤੇ ਆਉਂਦਾ, ਉਹ ਨਹੀਂ ਹੋਣਾ ਚਾਹੀਦਾ ਜੀ। ਅੱਛਾ ਤੁਸੀਂ ਜਿਹੜੇ ਨਾ ਆਲੂ ਦੀ ਕਾਸ਼ਤ ਕਰਦੇ ਜੀ, ਸਾਰਾ ਜ਼ਿਮੀਦਾਰ ਇਹ ਆਲੂ ਦੀ ਕਾਸ਼ਤ ਦੇ ਇਹ ਟਾਇਰ ਤੁਹਾਨੂੰ ਕੰਮ ਦਿੰਦੇ ਨੇ? ਨਹੀਂ ਜੀ, ਅਸੀਂ ਫਿਰ ਦੂਸਰੇ ਪਾਣੇ ਜੀ ਸਟਪਣੀਆਂ ਸਟਪਨੀਆਂ ਕਿਸ ਟਰੈਕਟਰ ਦੀਆਂ? ਰੂਸੀ ਦੀਆਂ ਪਾਣੇ, ਦੂਸਰੇ ਦੀਆਂ ਰੂਸੀ ਟਰੈਕਟਰ ਕੋਈ ਵੀ ਹੋਵੇ ਹਾਂਜੀ ਜਾਂ ਰੂਸੀ ਦੇ ਟਾਇਰ ਹੁੰਦੇ ਨੇ। ਅੱਛਾ, ਰਿਮ ਦੇ ਬਰੀਕ ਟਾਇਰ। ਸਟਪਣੀਆਂ, ਹਾਂਜੀ ਉਹ ਕੰਮ ਦਿੰਦੀਆਂ ਨੇ। ਹਾਂਜੀ। ਤੇ ਅਗਰ ਤੁਸੀਂ ਕਹਿੰਦੇ ਪਏ ਸਨ ਵੀ ਇਹ ਟਰੈਕਟਰ ਵੇਚ ਤੇ ਤੁਸੀਂ ਹੋਰ ਕਿਹੜਾ ਲੈਣਾ ਚਾਹੁੰਦੇ? ਰੂਸੀ ਲੈਣਾ ਚਾਹੁੰਦੇ ਵੀ ਉਹ ਜਿਹੜੇ ਹੈਗਾ ਇੱਧਰ ਦੱਸੋ। ਨਾ ਸਾਰੇ ਡਿਫਾਲਟ ਜਿਹੜੇ ਜ਼ਿਆਦਾ ਆਉਂਦੇ ਪਏ ਨੇ ਫਿਲਹਾਲ ਤੇ ਜੇ ਗਰਮੀ ਜ਼ਿਆਦਾ ਫਿਰ ਕਰਨਾ ਜਿਲੇ ਆਲੂਆਂ ਦਾ ਦੌਰ ਆਉਂਦਾ ਹੈ ਨਾ ਜੀ, ਉਹਲੇ ਗਰਮੀ ਬੜਾ ਕਰਦਾ ਹੈ, ਐਲ ਦੇ ਜ਼ਰੀਏ ਕਰਦਾ ਹੈ, ਫਿਰ ਅੱਗੋਂ ਇਹਨੂੰ ਹਵਾ ਨਹੀਂ ਲੱਭਦੀ ਖੁੱਲੇ, ਉਹਦੇ ਟਰੈਕਟਰ ਫੁੱਲ ਸੂਈ ਚ ਆ ਜਾਂਦਾ। ਇਹਦਾ ਰੋਟਾਵਾਟਰ ਚੱਲਦਾ ਜੀ, ਜ਼ਿਮੀਦਾਰ ਟਰੈਕਟਰ ਜਿੰਨਾ ਆਲੂ ਕਾਸ਼ਤ ਕਰਨੇ ਨਾ ਉਹ ਠੱਲੇ ਨਹੀਂ ਜਾਂਦੇ ਜੀ, ਸਹੀ ਉਹਨਾਂ 24 ਘੰਟੇ ਡਰਾਈਵਰ ਨੂੰ ਵੀ ਸੁੱਖ ਨਹੀਂ ਆਉਂਦਾ ਤੇ ਨਾ ਹੀ ਟਰੈਕਟਰਾਂ ਨੂੰ ਆਉਂਦਾ। ਸਹੀ ਹੋ ਗਿਆ, ਡਰਾਈਵਰ ਬਦਲ ਜਾਂਦਾ ਹੈ, ਟਰੈਕਟਰ ਉਹਨਾਂ ਉਹੀ ਪਾੜੀ ਰੱਖਣਾ। ਸਹੀ ਤੇ ਹੋ ਗਿਆ। ਉਹਦੇ ਵਿੱਚ ਆ ਤੇ ਟਰੈਕਟਰ ਦਾ ਇਹ ਮਜ਼ੀਦ ਹੈਗਾ ਵੀ ਇਹ ਜਿਹੜੇ ਅੱਗੇ ਡੀਜ਼ਲ ਟੈਂਕੀ ਉਹ ਸਾਈਡ ਚੱਕੀ ਜਾਵੇ ਤੇ ਰੇਡੀਏਟਰ ਖਾਲੀ ਹੋਵੇ ਤੇ ਟਰੈਕਟਰ ਦਾ ਮੁਗਲੈਲ ਜਿਹੜਾ ਉਹ 12 ਤੋਂ 14 ਲੀਟਰ ਤੱਕ ਹੋਣਾ ਚਾਹੀਦਾ। ਠੀਕ ਹੋ ਗਿਆ। ਵੀ ਮਜ਼ੀਦ ਫਿਰ ਇਹਦੇ ਮਾਸ਼ਾਅੱਲਾ ਜਿਹੜਾ ਨਾ ਇਹ ਟਰੈਕਟਰ ਰੰਗਾ ਸਾਨੂੰ ਕੋਈ 85 ਰੂਸੀ ਲਾਉਣ ਦੀ ਕੋਈ ਸਾਨੂੰ ਲੋੜ ਨਹੀਂ। ਤੇ ਹੁਣ ਸਿਰਫ ਰੂਸੀ ਲੈਣਾ ਹੈ, ਕਿਸ ਵਾਸਤੇ ਲੈਣਾ ਹੈ? ਸਿਰਫ ਵੀ ਇੱਕ ਤੇ ਫਾਲਟ ਹੈਗੇ ਨੇ ਫਾਲਟਾਂ ਦੇ ਜ਼ਰੀਏ ਤੇ ਵੀ ਨੁਕਸਾਨ ਸਾਡਾ ਕਰਦਾ ਹੈ ਬਾਅਦ ਤੇ ਅਸੀਂ ਇਹਨੂੰ ਫਿਰ ਸ਼ਹਿਰ ਲਿਜਾਣੇ। ਹੁਣ ਜਿਹੜਾ ਉਹ ਟਰੈਕਟਰ ਮੇਰੇ ਫਿੱਪੂ ਦੇ ਬੇਟਿਆਂ ਦਾ ਹੈਗਾ ਸੀਦਾ ਉਹ ਇਸ ਤਰੀਕੇ ਘਟੇ, ਉਹਨੇ ਟੂਬ ਤੋੜ ਦਿੱਤੀ, ਫਿਰ ਆੜ ਤੇ ਉਹਨਾਂ ਗਰਾਰਾ ਜਿਹੜੇ ਹੈਗੇ ਸੀ ਨਾ ਉਹਨੇ ਮਾਲ ਸਟਿਆ, ਫਿਰ ਉਹਦਾ ਲੱਖ 1.5 ਲੱਖ ਦਾ ਨੁਕਸਾਨ ਹੋਇਆ ਸੀ। ਨਹੀਂ ਤਾਂ ਕੰਪਨੀ ਫ੍ਰੀ ਨਹੀਂ ਦਿੱਤਾ? ਉਹ ਲੱਗ ਗਿਆ ਸੀ ਨਾ, ਟਾਈਮ ਲੱਗ ਗਿਆ ਸੀ, ਟਾਈਮ ਵਕਤ ਲੱਗ, ਸਾਲ ਗੁਜ਼ਰ ਗਿਆ, ਵਾਰੰਟੀ ਤੋਂ ਨਿਕਲ ਗਿਆ। ਵਾਰੰਟੀ ਤੋਂ 2 ਮਹੀਨੇ ਬਾਅਦ ਤੇ ਜਿਹੜਾ ਨਾ ਉਹਨੇ ਉਹ ਕਲੇਮ ਪਾ ਦਿੱਤਾ ਸੀ। ਹੁਣ ਆਪਣਾ ਪੱਕਾ ਇਰਾਦਾ ਹੈ ਵੀ ਆਪਾਂ ਇਹਨੂੰ ਸੇਲ ਕਰਕੇ ਰੂਸੀ ਟਰੈਕਟਰ ਲੈਣਾ ਹੈ। ਹਾਂਜੀ, ਰੂਸੀ ਟਰੈਕਟਰ ਲੈਣਾ ਹੈ। ਤੇ ਦੋਸਤੋ ਭਾਈ ਮੁਹੰਮਦ ਯਾਰ ਸਾਹਿਬ ਦੀ ਤੁਸੀਂ ਗੱਲਬਾਤ ਸੁਣੀ ਹੈ ਤੇ ਇਹਦੇ ਵਿੱਚ ਨਾ ਮੈਂ ਖੂਬੀਆਂ ਜਾਂ ਖਾਮੀਆਂ, ਮੇਰੀ ਕੋਈ ਇਹ ਏਜੰਡਾ ਨਹੀਂ ਹੈਗਾ ਵੀ ਮੈਂ ਮਿਲਤ ਤੇ ਤਨਕੀਦ ਕਰਦਾ ਪਿਆ। ਮੈਂ ਸਿਰਫ ਇਸ ਵਾਸਤੇ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਹੈ ਵੀ ਮੈਂ ਜਿਹੜੇ ਦੋਸਤਾਂ ਕੋਲ ਇਹ ਮਿਲਤ ਦੇ ਟਰੈਕਟਰ ਚੱਲਦੇ ਪਏ ਹੈਗੇ ਨੇ ਉਹ ਇਹਦੀਆਂ ਖੂਬੀਆਂ ਵੀ ਦੱਸਣ, ਇਹਦੀਆਂ ਖਾਮੀਆਂ ਵੀ ਦੱਸਣ, ਤਾਂ ਕਿ ਜਿਹੜੀ ਮਿਲਤ ਕੰਪਨੀ ਹੈ ਨਾ ਉਹ ਇਹਦੇ ਤੇ ਥੋੜੀ ਜਿਹੀ ਨਜ਼ਰ ਕਰੇ, ਥੋੜੀ ਜਿਹੀ ਤਵੱਜੋ ਦੇਵਣ, ਤਾਂ ਕਿ ਜਿਹੜੀਆਂ ਇਹਦੇ ਫਾਲਟ ਹੈਗੇ ਨੇ ਉਹ ਦੂਰ ਹੋਣ, ਤਾਂ ਕਿ ਕਿਸਾਨ ਜਿਹੜੇ ਨਾ ਇੰਨੀਆਂ ਪਰੇਸ਼ਾਨੀਆਂ ਤੋਂ ਬਚਣ। ਕਿਉਂਕਿ ਇੱਕ ਕਿਸਾਨ ਕੈਸ਼ ਤੇ ਟਰੈਕਟਰ ਲੈਂਦਾ, ਇੱਕ ਟਰੈਕਟਰ ਬੈਂਕ ਤੋਂ ਲੈਂਦਾ, ਮਜ਼ੀਦ ਬੈਂਕ ਵਾਲੇ 4-5 ਲੱਖ ਇਜ਼ਾਫੀ ਸੂਦ ਲਗਾਉਂਦੇ ਹੈਗੇ ਨੇ। ਇੰਨੇ ਪੈਸੇ ਭਰਨ ਤੋਂ ਬਾਅਦ ਵੀ ਅਗਰ ਦੂਸਰਾ ਟਰੈਕਟਰ ਫਾਲਟ ਆਵੇ ਤਾਂ ਉਹਨੂੰ ਵਰਕਸ਼ਾਪ ਤੇ ਜਾਣਾ ਪਵੇ ਤਾਂ ਮੇਰਾ ਖਿਆਲ ਹੈ ਜ਼ਮੀਂਦਾਰ ਜਾਂ ਛੋਟਾ ਕਿਸਾਨ ਬਹੁਤ ਪਰੇਸ਼ਾਨ ਹੋ ਜਾਂਦਾ ਹੈ। ਇਹ ਸਾਰੇ ਦੋਸਤਾਂ ਦੀ ਇਜਾਜ਼ਤ ਚਾਹਨਾ, ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ, ਤੇ ਸ਼ੁਕਰੀਆ ਭਾਈ ਮੁਹੰਮਦ ਯਾਰ ਦਾ ਤੇ ਸਾਰੇ ਸਾਥੀਆਂ ਦਾ, ਤੇ ਤੁਹਾਡਾ ਵੀ ਸ਼ੁਕਰੀਆ ਦੋਸਤੋ ਜਿਹੜੇ ਮੇਰੀ ਵੀਡੀਓ ਵੇਖਦੇ ਪਏ ਨੇ। ਹੁਣ ਮੈਂ ਤੁਹਾਡੇ ਦੀ ਇਜਾਜ਼ਤ ਚਾਹਨਾ। ਅੱਲਾਹ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।